अगर हल करना होवे तो देयर इज अ सॉल्यूशन, अगर हल नहीं करना तो देयर इज ए प्रॉब्लम। प्लीज और मसला कोई एडा बड़ा मसला नहीं है कि बार बार तुहानू कहा जाए और होए हल ना होवे। कोई वाया मीडिया कटो, वाया मीडिया यही है कि इन्हों से निकलना नहीं चाहिए। बंदे उत्थे बैठे हैं, दे विल स्टे होम। मकाना वाले मकान बैठे हैं, दुकान वाला दुकान बैठा है, तुम कट तो सकते नहीं उन्होंने। वैसे हल क्यों नहीं निकल सकता? हल तो कटने वास्ते गिव एंड टेक है, लाइफ इज ए गिव एंड टेक। इन्नी तक कमिटमेंट करके जाओ कि ये साडा अस्पताल है, ठीक है, कोई आई का इस्तेमाल नहीं, कोई और स्वाय मेडिसन को इतनी बड़ी बिल्डिंग बनाती है, इतना खर्च करता तो सिंगला मंत्री जाए कितने कोई ਨੰਗਲ ਨੂੰ ਜਾਮ ਤੋਂ ਨਿਜਾਤ ਕਦੋਂ ਮਿਲੇਗੀ? 8-8 ਘੰਟੇ ਦੇ ਸਰ ਜਾਮ ਲੱਗਦੇ। ਲੋਕ ਕਹਿੰਦੇ ਵੀ ਜਦੋਂ ਕੋਈ ਲੀਡਰ ਆਂਦਾ ਏ ਉਦੋਂ ਪ੍ਰਸ਼ਾਸਨ ਲੱਗ ਜਾਂਦਾ, ਸੜਕਾਂ ਸਾਫ਼ ਕਰਾ ਕੇ ਲੀਡਰ ਨੂੰ ਟਪਾ ਦਿੰਦਾ, ਬਾਅਦ ਚ ਲੋਕ ਫੇਰ ਫਸ ਜਾਂਦੇ। 8-8 ਘੰਟੇ ਦੇ ਜਾਮ ਲੱਗ ਰਹੇ। ਕਾਂਗਰਸ ਸਰਕਾਰ ਕਹਿੰਦੀ ਸਾਡੀ ਦੇਣ ਹੈ ਫਲਾਈਓਵਰ, ਅਕਾਲੀ ਬੀਜੇਪੀ ਕਹਿੰਦੀ ਸਾਡੀ ਦੇਣ ਹੈ। ਪਿਛਲੇ 5 ਸਾਲ ਤੋਂ ਕੰਮ ਚੱਲਿਆ ਵਾ, ਜਿਹੜਾ ਸੰਤਾਪ ਹੋ ਗਿਆ ਲੋਕਾਂ ਨੇ, ਉਹ ਸਿਰਾ ਕਿਹਦੇ ਸਿਰ ਲਾਇਆ ਜਾਵੇ? नमस्कार दोस्तों, मैं अशोक चोपड़ा, आप देख रहे हैं सिटी हलचल। लोकसभा क्षेत्र श्री अनंतपुर साहिब से कांग्रेस पार्टी के लोकसभा सदस्य मुनीष तिवारी आज विधानसभा क्षेत्र श्री अनंतपुर साहिब से कांग्रेस पार्टी के प्रत्याशी राणा केपी सिंह के चुनाव प्रचार को गति देने के उद्देश्य से नंगल के दौरे पर रहे। इस दौरान मुनीष तिवारी ने पत्रकारों से बात करते और पत्रकारों के सवालों के जवाब देते हुए क्या कहा, आप भी सुने। और सिर्फ ये आम आदमी पार्टी दी गल नहीं हैगी, ਤੁਸੀਂ ਭਾਜਪਾ ਦੇ ਵੀ ਲੈ ਲਓ। ਹੁਣ ਜਿਹੜੇ ਸਾਡੇ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਸੀਗੇ ਜਗਮੋਹਨ ਸ਼ਰਮਾ, ਉਹ ਲੁਧਿਆਣਾ ਉੱਤਰੀ ਤੋਂ ਚੋਣ ਲੜ ਰਹੇ ਨੇ ਭਾਜਪਾ ਦੀ ਟਿਕਟ ਤੇ, ਉਹ ਵੀ ਕਾਂਗਰਸੀ ਨੇ। ਅੱਛਾ, ਤੁਸੀਂ ਅਰਵਿੰਦ ਖੰਨਾ ਲੈ ਲਓ, ਕਾਂਗਰਸ ਦੇ ਐਮਐਲਏ ਰਹੇ ਨੇ, ਉਹ ਸੰਗਰੂਰ ਤੋਂ ਚੋਣ ਲੜ ਰਹੇ ਨੇ। ਸੋ ਇਸ ਲਈ ਜਿਹੜੀਆਂ ਨਵੀਆਂ ਪਾਰਟੀਆਂ ਆਈਆਂ ਨੇ ਪੰਜਾਬ 'ਚ, ਸਭ ਤੋਂ ਜ਼ਿਆਦਾ ਅਗਰ ਲੋਕ ਗਏ ਨੇ, ਔਰ ਇਹ ਮਨਭਾਗੀ ਗੱਲ ਹੈਗੀ ਹੈ ਔਰ ਸਾਨੂੰ ਇਸ 'ਤੇ सोच विचार करना चाहिए, वो तो कांग्रेस तो गए। सर तुसी तजर्बेकार सरकार की गल की है, क्या तुसी जिहड़ी चरणजीत सिंह चन्नी की सरकार बनने की तैयारी है, ਜਾਂ ਲਾਨਿਆ ਜਾਂ ਮੁੱਖ ਚਿਹਰਾ ਚੰਨੀ ਸਰਕਾਰ ਨੂੰ ਮੰਨਦੇ ਹੋ ਤਜਰਬੇਦਾਰ ਸਰਕਾਰ? देखो इदा है, सरदार चरणजीत सिंह चन्नी पंजाब के मुख्य मंत्री होने के नाल श्री चमकौर साहब तो विधायक भी ने, और पिछले 2.25 साल तो सानू बहुत नेड़े तो काम करने का मौका मिले। वो ज़मीन तो उठे हुए व्यक्ति ने, जिहड़ी ज़मीनी हकीकत है उन्हें बड़ी अच्छी तरह समझते हैं और एक सुलझे हुए और नेक इंसान ने। और मेरा ये मनना है, जो मैं तजर्बेकार सरकार की गल करता है तो मैं तजर्बेकार सरकार मतलब कांग्रेस सरकार की गल करता है, क्योंकि कांग्रेस को वही तजर्बा है ਜਿਹੜਾ ਪੰਜਾਬ ਦੀ ਸਾਂਝੀ ਵਿਰਾਸਤ ਨੂੰ, ਪੰਜਾਬੀ ਪੰਜਾਬੀਅਤ ਨੂੰ ਇਕੱਠੇ ਰੱਖਦੇ ਹੋਇਆ, ਇੱਕ ਮੁੱਠ ਰੱਖਦੇ ਹੋਇਆ, ਇਹ ਸੂਬੇ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਦੇ ਉੱਪਰ ਇੱਕ ਅੱਛੀ ਲੀਡਰਸ਼ਿਪ ਦੇ ਸਕਦੇ। ਸਰ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਜੀ ਵੀ ਜਿੱਤਣ ਦੀ ਲੜਾਈ ਹੈ, ਵੀ ਮੈਂ ਜੇ ਜਮਾ ਪੰਜਾਬ ਦੇ ਵਿਕਾਸ ਦੀ ਕਿਤੇ ਕੋਈ ਗੱਲ ਨਹੀਂ ਹੋ ਰਹੀ? ਦੇਖੋ, ਪੰਜਾਬ 'ਚ 5 ਵੱਡੇ ਮੁੱਦੇ ਨੇ ਜਿਹੜੇ ਅਨਫੋਰਚੂਨੇਟਲੀ ਪੰਜਾਬ ਦੀ ਜਿਹੜੀ ਸਿਆਸੀ ਲੜਾਈ ਹੈ ਉਸ 'ਚੋਂ ਗੈਰ। ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਿਰ ਤੇ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਹੈ। ਦੂਜਾ, 84% ਜਿਹੜੀ ਪੰਜਾਬ ਦੀ ਕਿਸਾਨੀ ਹੈ ਉਹਦੇ ਕੋਲ 3 ਤੋਂ 5 ਏਕੜ ਤੱਕ ਦੀ ਜ਼ਮੀਨ ਹੈਗੀ ਹੈ। ਇੱਥੇ ਤਾਂ ਹੋਰ ਵੀ ਘੱਟ ਹੈਗੀ ਹੈ, ਔਰ ਜਿੱਦਾਂ ਮਰਲਿਆਂ 'ਚ ਹੈਗੀ ਹੈ। ਔਰ ਜਿਹੜਾ ਐਗਰੀਕਲਚਰ ਹੈ ਜਾਂ ਕ੍ਰਿਸ਼ੀ ਹੈ ਉਹ ਦਿਨ ਬਰ ਦਿਨ ਅਨਪ੍ਰੋਡਕਟਿਵ ਹੁੰਦੀ ਜਾਂਦੀ ਹੈ। ਔਰ ਇਸ ਲਈ ਜਿਹੜਾ ਐਡਾ ਵੱਡਾ ਕਿਸਾਨੀ ਅੰਦੋਲਨ ਹੋਇਆ ਸੀਗਾ MSP ਨੂੰ ਲੈ ਕੇ, ਪਬਲਿਕ ਪ੍ਰੋਕਿਉਰਮੈਂਟ ਨੂੰ ਲੈ ਕੇ, ਉਹਦਾ ਮੁੱਖ ਕਾਰਨ ਇਹ ਹੈ ਕਿ ਬਗੈਰ ਪਬਲਿਕ ਪ੍ਰੋਕਿਉਰਮੈਂਟ ਦੇ, ਬਗੈਰ MSP ਦੇ ਜਿਹੜਾ ਛੋਟਾ ਕਿਸਾਨ ਹੈ ਉਹਦੀ ਤਾਂ ਆਪਣਾ ਚੱਲ ਹੀ ਨਹੀਂ ਸਕਦਾ। ਤੀਜਾ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਗਰਾਊਂਡ ਵਾਟਰ ਹੈ ਉਹ 1 ਮੀਟਰ ਦੀ ਰਫ਼ਤਾਰ ਨਾਲ ਪਿਛਲੇ 30 ਵਰ੍ਹਿਆਂ ਤੋਂ ਗਿਰਦਾ ਰਿਹਾ ਹੈਗਾ। ਜਿੱਥੇ ਪਹਿਲਾਂ 60 ਫੁੱਟ ਉਹ ਆਈਲੈਟਸ ਹੈ। ਸਾਡੀ ਜਿਹੜੀ ਸਾਰੀ ਨੌਜਵਾਨੀ ਹੈ ਉਹ ਇਮਤਿਹਾਨ ਦੇ ਕੇ ਬਾਹਰ ਜਾਣਾ ਚਾਹੁੰਦੀ ਹੈ, ਕਿਉਂਕਿ ਇੱਥੇ ਇੰਪਲੋਇਮੈਂਟ ਓਪਰਚੁਨਿਟੀ ਹੈ ਨਹੀਂ। ਇਸ ਲਈ ਕਿਉਂਕਿ ਪੰਜਾਬ ਬਿਲਕੁਲ ਟੇਲ ਐਂਡ 'ਤੇ ਹੈ, ਇੰਡਸਟਰੀ ਇੱਥੇ ਆਉਂਦੀ ਨਹੀਂ ਹੈਗੀ। ਔਰ ਦੂਸਰਾ ਉਹਦੇ ਨਾਲ ਕਿਉਂਕਿ ਜਿਹੜਾ ਬਾਰਡਰ ਹੈ ਉਹ ਬੰਦ ਹੈਗਾ,
ਟ੍ਰੇਡ ਨਹੀਂ ਹੋ ਸਕਦਾ ਹੈਗਾ। ਔਰ ਪੰਜਵਾਂ ਜਿਹੜੀ ਇਹ ਚੌਥੀ ਉਦਯੋਗਿਕ ਕ੍ਰਾਂਤੀ ਆਈ ਹੈ, ਉਹਨੂੰ ਕਿਵੇਂ ਪੰਜਾਬ ਦੀ ਵਿਕਾਸ ਲਈ ਹਾਰਨੈਸ ਕਰਨਾ ਹੈ, ਇਹ ਪੰਜਾਬ ਦੀਆਂ 5 ਸਭ ਤੋਂ ਵੱਡੀਆਂ ਚੁਣੌਤੀਆਂ ਨੇ। ਔਰ ਇਹ ਮੰਦਭਾਗੀ ਗੱਲ ਹੈਗੀ ਹੈ ਕਿ ਇਹ ਜਿਹੜੇ ਬਿਲਕੁਲ ਬੁਨਿਆਦੀ ਮਸਲੇ ਨੇ ਜਿਹੜੇ ਪੰਜਾਬ ਦੇ ਭਵਿੱਖ ਨਾਲ ਜੁੜੇ ਹੋਏ ਨੇ, ਇਹ ਪੰਜਾਬ ਦੇ ਚੋਣ ਪ੍ਰਚਾਰ 'ਚ ਬਿਲਕੁਲ ਅੰਗੋਲੇ ਨੇ। ਸਰ 2012 ਦੇ ਰਾਣਾ ਕੰਵਰਪਾਲ ਸਿੰਘ ਨੇ ਇੱਥੋਂ ਇਲੈਕਸ਼ਨ ਲੜਿਆ ਸੀ ਵਿਧਾਨ ਸਭਾ ਦਾ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨਹੀਂ ਆਏ ਸੀ। 2022 ਦਾ ਇਲੈਕਸ਼ਨ ਹੈ, ਮੈਂਬਰ ਪਾਰਲੀਮੈਂਟ ਸਾਹਿਬ ਅੱਜ ਵੀ ਬੜੀ ਦੇਰੀ ਨਾਲ ਆ ਰਹੇ ਨੇ, ਇਤਫਾਕ ਮੰਨਿਆ ਜਾਵੇ ਜਾਂ ਕੋਈ ਗੱਲ ਹੈ? ਦੇਖੋ ਇੱਦਾਂ ਹੈ ਕਿ ਮੈਂ 7 ਵਿਧਾਨ ਸਭਾ ਹਲਕਿਆਂ 'ਚ ਹੁਣ ਤੱਕ ਪ੍ਰਚਾਰ ਕਰ ਚੁੱਕਿਆ। 2 ਵਿਧਾਨ ਸਭਾ ਹਲਕੇ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਔਰ ਜਿਹੜੇ ਸ੍ਰੀ ਚਮਕੌਰ ਸਾਹਿਬ ਨੇ, ਕਾਂਗਰਸ ਪਾਰਟੀ ਦੇ ਬੜੇ ਹੀ ਉੱਘੇ ਲੀਡਰ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਸਾਡੇ ਮੁੱਖ ਮੰਤਰੀ ਐਲਾਨੇ ਗਏ ਨੇ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਰਾਣਾ ਕੰਵਰਪਾਲ ਸਿੰਘ ਜੀ ਉਹਦੀ ਨੁਮਾਇੰਦਗੀ ਕਰਦੇ ਨੇ। ਤੋ ਇਸ ਲਈ, ਔਰ ਰਾਣਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਸ੍ਰੀ ਅਨੰਦਪੁਰ ਸਾਹਿਬ ਲਿਆਉਣ 'ਚ ਰਾਣਾ ਕੰਵਰਪਾਲ ਸਿੰਘ ਜੀ ਦੀ ਬਹੁਤ ਵੱਡੀ ਭੂਮਿਕਾ ਹੈਗੀ ਹੈ। ਤੋ ਜਿਸ ਦਿਨ ਰਾਣਾ ਜੀ ਕਹਿਣਗੇ, ਜਿਵੇਂ ਉਹਨਾਂ ਨੂੰ ਲੋੜ ਹੋਊਗੀ, ਅਸੀਂ ਸਦਾ ਹਾਜ਼ਰ ਹਾਂ। ਕਿਉਂਕਿ ਮੈਂ ਆਪਣੇ 40 ਵਰਿਆਂ ਦੇ ਤਜਰਬੇ ਤੋਂ ਇੱਕ ਗੱਲ ਸਿੱਖੀ ਹੈ ਕਿ ਜਦੋਂ ਕੋਈ ਚੋਣ ਲੜ ਰਿਹਾ ਹੋਵੇ, ਹਰ ਬੰਦਾ ਆਪਣੇ ਤਰੀਕੇ ਨਾਲ ਚੋਣ ਲੜ ਰਿਹਾ ਹੈ, ਔਰ ਜਿੱਥੇ ਉਹਦੀ ਤੁਸੀਂ ਮਦਦ ਕਰ ਸਕੋ, ਜਿਵੇਂ ਮਦਦ ਕਰ ਸਕੋ, ਉਵੇਂ ਮਦਦ ਕਰਨਾ ਤੁਹਾਡਾ ਫਰਜ਼ ਬਣਦਾ ਹੈਗਾ। ਮੈਂ ਜਿੰਨੀ ਆਪਣੇ ਵੱਲੋਂ ਮਦਦ ਹੋ ਸਕਦੀ ਹੈ ਰਾਣਾ ਕੰਵਰਪਾਲ ਸਿੰਘ ਜੀ ਨੂੰ ਜਿਤਾਉਣ ਵਾਸਤੇ ਕਰ ਰਿਹਾ ਹੈ, ਔਰ ਜਿੱਥੇ ਉਹਨਾਂ ਨੂੰ ਮੇਰੀ ਲੋੜ ਹੈਗੀ ਹੈ, ਮੈਂ 365 ਦਿਨ 24 ਘੰਟੇ ਹਾਜ਼ਰ ਹਾਂ। ਜਿਹੜਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਹੈ 50 ਵਰਿਆਂ ਬਾਅਦ, ਉਹ ਮੈਡੀਕਲ ਕਾਲਜ ਅੱਜ ਸ਼ੁਰੂ ਹੋਣ ਜਾ ਰਿਹਾ ਹੈਗਾ। ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਟੱਡੀਜ਼, ਗਵਰਨਮੈਂਟ ਕਾਲਜ ਪਟਿਆਲਾ, ਗਵਰਨਮੈਂਟ ਕਾਲਜ ਮੈਡੀਕਲ ਕਾਲਜ ਅੰਮ੍ਰਿਤਸਰ, ਜਿਹੜੇ ਸੰਨ 47 ਤੋਂ ਪਹਿਲਾਂ ਦੇ ਬਣੇ ਹੋਏ ਨੇ। ਉਸ ਤੋਂ ਇਲਾਵਾ ਜਿਹੜਾ ਤੁਹਾਡਾ ਬਾਬਾ ਫਰੀਦ ਯੂਨੀਵਰਸਿਟੀ ਨਾਲ ਅਫੀਲੀਏਟਡ ਮੈਡੀਕਲ ਕਾਲਜਸ ਨੇ। ਉਸ ਤੋਂ ਬਾਅਦ ਇਹ ਪਹਿਲਾ ਸਰਕਾਰੀ ਮੈਡੀਕਲ ਕਾਲਜ, ਔਰ ਮੈਂ ਇਸ ਦੇ ਉੱਪਰ ਜ਼ੋਰ ਇਸ ਲਈ ਦਿੱਤਾ ਸੀ ਕਿਉਂਕਿ ਮੇਰਾ ਇਹ ਮੰਨਣਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੈਲਥ ਸਰਵਿਸਿਜ਼ ਨੇ, ਉਹਨਾਂ ਨੂੰ ਹੋਰ ਸੁਦ੍ਰਿੜ ਕਰਨ ਦੀ ਲੋੜ ਹੈਗੀ ਹੈ। ਸੋ ਇਸ ਲਈ ਇਹ ਤੁਹਾਡੀ ਗੱਲ ਸਹੀ ਹੈ। 6 ਲੱਖ ਕਰੋੜ ਰੁਪਇਆ ਲੱਗੇਗਾ ਪੂਰੇ ਹਿੰਦੁਸਤਾਨ ਦੇ ਹੈਲਥ ਸਿਸਟਮ ਨੂੰ ਓਵਰਆਲ ਕਰਨ ਵਾਸਤੇ। ਔਰ ਮੈਂ ਨਿਰੰਤਰ ਔਰ ਲਗਾਤਾਰ ਪ੍ਰਧਾਨ ਮੰਤਰੀ ਨੂੰ ਵੀ ਔਰ ਸਵਾਸਥ ਮੰਤਰੀ ਨੂੰ ਵੀ ਇਹ ਚਿੱਠੀ ਲਿਖ ਕੇ ਵੀ ਕਹਿ ਚੁੱਕਿਆ ਹੈਗਾ ਕਿ ਇਹ ਸਭ ਤੋਂ ਵੱਡੀ ਪ੍ਰਾਥਮਿਕਤਾ ਹੈਗੀ ਹੈ, ਔਰ ਇਹ 6 ਲੱਖ ਕਰੋੜ ਰੁਪਇਆ ਲੱਭ ਕੇ ਤੁਸੀਂ ਜਿਹੜੀ ਸਾਡੀ ਬੇਸਿਕ ਪ੍ਰਾਇਮਰੀ ਹੈਲਥ ਸਿਸਟਮ ਹੈ ਉਹਨੂੰ ਓਵਰਹਾਲ ਕਰੋ। ਮੈਂ ਤੁਹਾਨੂੰ ਆਪ ਵਾਲੇ ਰੈਲੀ ਦੀ ਲੀਜ਼ ਦਾ ਮਸਲਾ ਉਛਾਲ ਰਹੇ ਵੀ ਤਿਵਾੜੀ ਸਾਹਿਬ ਇਸ ਵੱਲ ਧਿਆਨ ਨਹੀਂ ਦੇ ਰਹੇ। ਇੱਦਾਂ ਹੈ ਕਿ ਮੈਂ ਤੁਹਾਨੂੰ ਵਿਸਤ੍ਰਿਤ ਦਾ ਜਵਾਬ ਦੇ ਦਿੰਦਾ ਹੈਗਾ ਕਿਉਂਕਿ ਆਓ ਸਾਹਿਬ ਤੇ ਇਹਦਾ ਜਵਾਬ ਬਣਦਾ ਹੈ। ਜਦੋਂ ਮੈਂ ਲੋਕ ਸਭਾ ਦਾ ਨੁਮਾਇੰਦਾ ਬਣਿਆ, ਮੈਂ ਉਚੇਚਾ ਜਿਹੜੇ RK ਸਿੰਘ ਪਾਵਰ ਮਿਨਿਸਟਰ ਨੇ, ਉਹਨਾਂ ਨਾਲ ਜਾ ਕੇ ਇਹ ਉਹਨਾਂ ਦੇ ਗੱਲ ਸਮੂਰੇ ਰੱਖੀ ਕਿ ਜਿਹੜਾ ਨੰਗਲ ਦਾ ਲੀਜ਼ ਦਾ ਮਸਲਾ ਹੈ ਉਹਨੂੰ ਹੱਲ ਕਰਨ ਦੀ ਲੋੜ ਹੈਗੀ ਹੈ। ਉਦੋਂ ਜਿਹੜੇ ਚੇਅਰਮੈਨ ਸੀਗੇ ਇਸ ਚੇਅਰਮੈਨ ਤੋਂ ਪਹਿਲੇ ਸ਼ਰਮਾ ਜੀ, ਉਹਨਾਂ ਸ਼ਰਮਾ ਜੀ ਨੂੰ ਕੀ ਕਹਿੰਦੇ ਨੇ RK ਸਿੰਘ ਨੇ ਹਦਾਇਤ ਦਿੱਤੀ ਕਿ ਬਈ ਇਸ ਲੀਜ਼ ਦੇ ਮਸਲੇ ਨੂੰ ਹੱਲ ਕੀਤਾ ਜਾਵੇ। ਆਪਣਾ ਸ਼ਰਮਾ ਜੀ ਨੇ ਜਿਹੜੇ BBMP ਦੇ ਚੇਅਰਮੈਨ ਨੇ, ਉਹਨਾਂ ਨੇ ਡਰੋਨ ਰਾਹੀਂ ਸਰਵੇ ਵੀ ਕਰਾਇਆ, ਔਰ ਸਰਵੇ ਕਰਕੇ ਇਹ ਗੱਲ ਤੈਅ ਹੋਈ ਸੀਗੀ ਕਿ ਇੱਕ ਡੇਟ ਅਸੀਂ ਮੁਕਰਰ ਕਰਾਂਗੇ। ਉਸ ਤਰੀਕ ਤੇ ਜਿਹੜਾ ਵੀ ਕੀ ਕਹਿੰਦੇ ਨੇ ਉਸ ਡਰੋਨ ਸਰਵੇ ਦੇ ਅੰਦਰ ਆਉਂਦੀ ਹੈਗੀ ਹੈ, ਉਹਨੂੰ ਅਸੀਂ ਲੀਗਲ ਕਰਾਰ ਦੇਵਾਂਗੇ, ਔਰ ਉਹਨੂੰ ਕੀ ਕਹਿੰਦੇ ਨੇ ਪੈਨਲਟੀ ਲਾ ਕੇ ਉਹਨੂੰ ਅਸੀਂ ਰੈਗੂਲਰਾਈਜ਼ ਕਰ ਦਾਂਗੇ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਅਨਆਥੋਰਾਈਜ਼ਡ ਹੈ। ਮੈਂ ਇਸ ਚੀਜ਼ ਨੂੰ RK ਸਿੰਘ ਨਾਲ ਪਿਛਲੇ 2.25 ਸਾਲ ਤੋਂ ਪਰਸੂ ਕਰ ਰਿਹਾ, ਔਰ ਉਸ ਤੋਂ ਬਾਅਦ ਜਿਹੜੇ ਨਵੇਂ ਚੇਅਰਮੈਨ ਆਏ, ਨਵੇਂ ਚੇਅਰਮੈਨ ਨੂੰ ਵੀ ਮੈਂ ਜਾ ਕੇ ਮਿਲਿਆ, ਉਹਨੂੰ ਵੀ ਹਦਾਇਤ ਦਵਾਈ ਕਿ ਬਈ ਇਹਨੂੰ ਕਨਕਲੂਡ ਕਰੋ। ਹੁਣ ਪ੍ਰੋਬਲਮ ਕਿੱਥੇ ਆ ਰਹੀ ਹੈ? ਪ੍ਰੋਬਲਮ ਆ ਰਹੀ ਹੈ ਜਿਹੜੀ ਐਸੋਸੀਏਸ਼ਨਸ ਨੇ, ਔਰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ, ਉਹਦੇ ਵਿੱਚ ਜਿਹੜੀ ਪੈਨਲਟੀ ਲੱਗਣੀ ਹੈਗੀ ਹੈ, ਉਹ ਪੈਨਲਟੀ ਕਿੰਨੀ ਮੁਕਰਰ ਕਰਨੀ ਹੈ,
ਉਹਦੇ 'ਚ ਬਹੁਤ ਵੱਡਾ ਫਰਕ ਹੈ। ਜਿਹੜੀ ਐਸੋਸੀਏਸ਼ਨਸ ਨੇ ਆਪਣਾ ਤੁਹਾਡੇ ਸ਼ਾਪਕੀਪਰਸ ਦੀਆਂ ਜਾਂ ਜਿਹੜੇ ਲੀਜ਼ ਹੋਲਡਰਸ ਦੀਆਂ, ਉਹਨਾਂ ਦਾ ਮੰਨਣਾ ਹੈ ਕਿ ਐਕਸ ਰੇਟ ਲੱਗਣਾ ਚਾਹੀਦਾ ਹੈ। BBMB ਦਾ ਮੰਨਣਾ ਹੈ ਕਿ ਵਾਈ ਰੇਟ ਲੱਗਣਾ ਚਾਹੀਦਾ ਹੈ। ਇਹ ਪਹਿਲੀ ਸਮੱਸਿਆ। ਦੂਸਰੀ ਸਮੱਸਿਆ ਇਹ ਹੈ, ਔਰ ਜਿਹੜੀ ਮੈਂ ਸਪੀਕਰ ਸਾਹਿਬ ਦੇ ਸੰਗਿਆਨ 'ਚ ਵੀ ਲੈ ਕੇ ਆਇਆ ਸੀਗਾ, ਕਿ ਪੰਜਾਬ ਸਰਕਾਰ ਨੂੰ ਜਿਹੜਾ ਲੀਜ਼ ਦਾ ਮਸਲਾ ਹੈ ਉਹਨੂੰ ਆਫੀਸ਼ੀਅਲੀ ਅਖਤਿਆਰੀ ਤੌਰ ਦੇ ਉੱਪਰ BBMB ਦੇ ਬੋਰਡ 'ਚ ਲੈ ਕੇ ਜਾਣ ਦੀ ਲੋੜ ਹੈਗੀ ਹੈ। ਜਦ ਤੱਕ ਪੰਜਾਬ ਸਰਕਾਰ ਇਹਨੂੰ BBMB ਦੇ ਬੋਰਡ 'ਚ ਏਜੰਡਾ ਪਵਾ ਕੇ ਨਹੀਂ ਲੈ ਕੇ ਜਾਊਗੀ, ਤਦ ਤੱਕ ਇਸ ਚੀਜ਼ ਦੇ ਉੱਪਰ ਗੱਲ ਸਿਰੇ ਨਹੀਂ ਚੜ੍ਹੇਗੀ। ਪਰ ਉਹ ਏਜੰਡਾ ਜਾਏਗਾ ਤਾਂ ਜਦ ਇਹ ਜਿਹੜਾ ਫਰਕ ਹੈਗਾ ਕਿ ਕੰਪਨਸੇਸ਼ਨ ਜਾਂ ਪੈਨਲਟੀ ਕਿੰਨੀ ਹੋਣੀ ਚਾਹੀਦੀ ਹੈ, ਇਹਦਾ ਕੋਈ ਨਾ ਕੋਈ ਰੈਜ਼ੋਲੂਸ਼ਨ ਨਿਕਲੇਗਾ। ਇੱਥੇ ਗੱਲ ਫਸੀ ਹੋਈ ਹੈ। ਮੈਂ ਮੇਰੇ ਖਿਆਲ ਪਿਛਲੇ 2.25 ਸਾਲ 'ਚ ਪਰਸਨਲੀ ਉਚੇਚੇ ਤੌਰ ਤੇ ਮੇਰੇ ਖਿਆਲ 10 ਵਾਰੀ RK ਸਿੰਘ ਨੂੰ ਜਾ ਕੇ ਮਿਲ ਕੇ ਆਇਆ ਹਾਂ। ਮੈਂ BBMB ਦੇ ਚੇਅਰਮੈਨ ਨੂੰ, ਸਪੀਕਰ ਸਾਹਿਬ ਨੂੰ ਨਾਲ ਲੈ ਕੇ 1-2 ਵਾਰੀ ਤਾਂ ਪੁਰਾਣੇ ਚੇਅਰਮੈਨ ਨੂੰ ਜਾ ਕੇ ਅਸੀਂ 5-7 ਵਾਰੀ ਮਿਲੇ हैं। ਜਿਹੜਾ ਨਵਾਂ ਚੇਅਰਮੈਨ ਉਹਨੂੰ ਵੀ ਜਾ ਕੇ ਮੈਂ ਮਿਲ ਕੇ ਆਇਆ ਹੈ। ਔਰ ਇਸ ਚੀਜ਼ ਨੂੰ ਰਿਜ਼ੋਲਵ ਕਰਨ ਦੀ ਲੋੜ ਹੈਗੀ ਹੈ ਕਿ ਲੈਵਲ ਆਫ ਜਿਹੜੀ ਪੈਨਲਟੀ ਹੈ ਉਹ ਕੀ ਹੈ। ਉੱਥੇ ਗੱਲ ਫਸੀ ਹੋ। ਦੇਖੋ ਇੱਦਾਂ ਹੈ ਕਿ ਜਿਹੜੀ ਚੰਦੂ ਮਾਜਰਾ ਸਾਹਿਬ ਨੂੰ ਚਲੋ ਕੀ ਕਹਿੰਦੇ ਨੇ ਹੁਣ ਚੋਣ ਲੜ ਰਹੇ ਨੇ, ਚੰਗਾ ਨਹੀਂ ਲੱਗਦਾ, ਪਰ ਉਹਨਾਂ ਨੂੰ ਝੂਠੇ ਨੀਂਹ ਪੱਥਰ ਰਖਾਉਣ ਦੀ ਆਦਤ ਸੀਗੀ। ਇੱਦਾਂ ਹੀ ਉਹ ਕੀ ਕਹਿੰਦੇ ਨੇ ਬੰਗਾ ਆਨੰਦਪੁਰ ਸਾਹਿਬ ਸੜਕ ਦਾ ਨੀਂਹ ਪੱਥਰ ਰਖਾ ਕੇ, ਉਸ ਤੋਂ ਬਾਅਦ ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ, ਵਿਜੇਂਦਰ ਸਿੰਗਲਾ ਜੀ ਨਿਤਿਨ ਗਡਕਰੀ ਕੋਲ ਗਏ ਤੇ ਉਹਨੇ ਸਾਫ਼ ਹੀ ਇਨਕਾਰ ਕਰਤਿਆ ਜੂਨ 2019 ਤੋਂ ਬਾਅਦ ਕਿ ਬਈ ਇਹ ਤਾਂ ਜੀ ਸਿਆਸੀ ਸਟੰਟ ਸੀਗਾ, ਨਾ ਇਹਦਾ ਕੋਈ ਪੈਸਾ ਐਲੋਕੇਟ ਕੀਤਾ ਗਿਆ ਹੈਗਾ ਔਰ ਨਾ ਹੀ ਕਹਿੰਦੇ ਸੜਕ ਬਣਨੀ ਹੈਗੀ। ਮੈਂ ਫਿਰ ਉਸ ਸੜਕ ਨੂੰ ਪੰਜਾਬ ਦੇ ਬਜਟ 'ਚ ਪਾਇਆ ਕਿ ਇਹਨੂੰ ਐਜ਼ ਅ ਆਪਣਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਚ ਬਣਾਈ ਜਾਵੇ। ਫਿਰ ਕਰੋਨਾ ਆ ਗਿਆ। ਉਸ ਤੋਂ ਬਾਅਦ ਮੈਂ 50 ਕਰੋੜ ਰੁਪਇਆ ਫਿਰ ਸੈਂਕਸ਼ਨ ਕਰਾਇਆ ਔਰ 50 ਕਰੋੜ ਰੁਪਇਆ ਸੈਂਕਸ਼ਨ ਕਰਾ ਕੇ ਹੁਣ ਜਿਹੜੀ ਉਹ ਬੰਗਾ ਆਨੰਦਪੁਰ ਸਾਹਿਬ ਵਾਲੀ ਸੜਕ ਹੈ, ਇੱਕ ਛੋਟਾ ਜਿਹਾ ਪੈਚ ਛੱਡ ਕੇ, ਕੱਲ੍ਹ ਅਸੀਂ ਜਦੋਂ ਬੰਗੇ ਤੋਂ ਆ ਰਹੇ ਸੀਗੇ ਤਾਂ ਮੈਂ ਦੇਖ ਰਿਹਾ ਸੀਗਾ ਇੱਕ ਛੋਟਾ ਜਿਹਾ ਪੈਚ ਛੱਡ ਕੇ ਉਹ ਸੜਕ ਦੀ ਮੁਰੰਮਤ ਹੋ ਗਈ ਹੈਗੀ ਹੈ। ਤੁਸੀਂ ਇਸ ਚੀਜ਼ ਨੂੰ ਮੇਰੇ ਸੰਗਿਆਨ 'ਚ ਲੈ ਕੇ ਆਏ ਹੋ। ਇਹ ਵਾਲੀ ਸੜਕ ਬਾਰੇ ਇਹ ਜ਼ਰੂਰ ਕਿ ਕਹਿੰਦੇ ਨੇ ਮੈਂ ਟੇਕ ਅਪ ਕਰੂੰਗਾ, ਮੇਰੇ ਗੱਲ 'ਚ ਸੰਗਿਆਨ 'ਚ ਨਹੀਂ ਸੀਗੀ। ਜਿਹੜੇ 20 ਸਾਲ ਤੋਂ ਪੈਂਦੇ ਸੀ, ਕੋਈ 30 ਸਾਲ ਤੋਂ ਪੈਂਡਿੰਗ ਸੀ, ਉਹ ਮਸਲੇ ਓਵਰਨਾਈਟ ਹੀ ਹੋ ਗਏ ਸੈਟਲ। ਛੋਟੇ ਜਿਹੇ 2-3 ਮਸਲੇ ਦੱਸਣਾ। ਲੋਕ ਕਹਿੰਦੇ ਕਿ ਜਿਹੜੇ ਗਰੀਬ ਲੋਕ ਹੈ ਉਹ ਬਿਜਲੀ ਜਿਹੜੀ ਹੈ ਲਗਾ ਰਹੇ ਹੈ, ਤਾਰਾਂ ਲਾਉਂਦੇ ਹੈ, ਹਾਂਜੀ, ਤੇ ਮੁਫਤ ਇਸਤੇਮਾਲ ਕਰ ਰਹੇ। ਕੱਟਣਾ ਲਿਆ ਦਿੰਦਾ। ਪਾਣੀ ਦਾ ਮਸਲਾ ਸੀ, ਰੋਂਦੇ ਦੇ ਅਸੀਂ ਰੋਂਦੇ ਦੇ 2009 ਤੋਂ ਕੋਈ ਹੱਲ ਨਹੀਂ ਹੋਇਆ। ਹੁਣ 50 ਰੁਪਏ ਕੱਟਤੀ। ਅਗਰ ਹੱਲ ਕਰਨਾ ਹੋਵੇ ਤੇ ਦੇਰ ਇਜ਼ ਅ ਸੋਲੂਸ਼ਨ। ਅਗਰ ਹੱਲ ਨਹੀਂ ਕਰਨਾ ਤੇ ਦੇਰ ਇਜ਼ ਅ ਪ੍ਰੋਬਲਮ। ਤੁਸੀਂ ਕਨੈਕਸ਼ਨ ਜਿਹੜੇ ਸੀ ਸਾਰੇ ਬਹਾਲ ਕਰਦੇ ਕਰੀਬਨ ਦੇ, ਕੋਈ ਪੈਸਾ ਨਹੀਂ ਲੈ ਰਹੇ। ਪਾਣੀ ਦਾ ਮਸਲਾ ਸੀ, ਅਸੀਂ ਕਹਿੰਦੇ ਨੇ 105 ਨਾ ਲਾਓ, ਨਿੱਜੀ ਸੀਵਰੇਜ ਵੀ ਨਾ ਲਾਵਾਂਗੇ, ਪਾਣੀ ਵੀ ਹੁਣ 50 ਰੁਪਏ ਰੱਖਤਾ। ਐਨੀਥਿੰਗ ਕੈਨ ਬੀ ਡਨ ਅਗਰ ਮਨ 'ਚ ਆਦਮੀ ਦੇ ਵਿਚਾਰ ਹੋਵੇ। ਲੀਜ਼ ਹੋਣ ਦਾ ਮਸਲਾ ਕੋਈ ਐਡਾ ਵੱਡਾ ਮਸਲਾ ਨਹੀਂ ਹੈ ਕਿ ਬਾਰ-ਬਾਰ ਤੁਹਾਨੂੰ ਕਿਹਾ ਜਾਏ ਔਰ ਹੋਏ ਹੱਲ ਨਾ ਹੋਵੇ। ਉਹ ਕੋਈ ਵਾਇਆ ਮੀਡੀਆ ਕੱਢੋ। ਵਾਇਆ ਮੀਡੀਆ ਇਹ ਹੈ ਕਿ ਇਹਨਾਂ ਤੇ ਨਿਕਲਣਾ ਨਹੀਂ। ਜਿਹੜੇ ਬੰਦੇ ਉੱਥੇ ਬੈਠੇ ਹੈ ਦੇ ਵਿਲ ਸਟੇ ਹੋਣ। ਮਕਾਨਾਂ ਵਾਲੇ ਮਕਾਨ 'ਚ ਬੈਠੇ ਹੈ, ਦੁਕਾਨ ਵਾਲਾ ਦੁਕਾਨ 'ਚ ਬੈਠਾ ਹੈ, ਤੁਸੀਂ ਕੱਢ ਤੇ ਸਕਦੇ ਨਹੀਂ ਉਹਨਾਂ ਨੂੰ। ਅਸੀਂ ਹੱਲ ਕਿਉਂ ਨਹੀਂ ਨਿਕਲ ਸਕਦਾ? ਹੱਲ ਤੇ ਕੱਢਣ ਵਾਸਤੇ ਗਿਵ ਐਂਡ ਟੇਕ ਹੈ। ਲਾਈਫ ਇਜ਼ ਅ ਗਿਵ ਐਂਡ ਟੇਕ। ਤੁਹਾਡੀ ਗੱਲ ਬਿਲਕੁਲ ਜਾਇਜ਼ ਹੈਗੀ ਹੈ ਔਰ ਉਸੇ ਗਿਵ ਐਂਡ ਟੇਕ ਨੂੰ ਅਸੀਂ ਲੱਭ ਰਹੇ ਹੈਗੇ ਹਾਂ ਕਿ ਉਹ ਗਿਵ ਐਂਡ ਟੇਕ ਕਿੱਥੇ ਆ ਕੇ ਖੜੂਗਾ ਜਿਹਦੇ ਨਾਲ ਇਸ ਚੀਜ਼ ਦਾ ਹੱਲ ਹੋ ਸਕੇ। ਪਰ ਜਿਹੜੀ ਬੁਨਿਆਦੀ ਗੱਲ ਹੈ ਕਿ ਜਿਹੜਾ ਲੀਜ਼ ਹੋਲਡ ਵਾਲਾ ਮਸਲਾ ਹੈ, ਇਹਨੂੰ ਅਸੀਂ ਬਹੁਤ ਐਕਟਿਵਲੀ ਪਿਛਲੇ 2.25 ਸਾਲ ਤੋਂ ਪਰਸੂ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਅਸੀਂ ਜ਼ਰੂਰ ਕੱਢਾਂਗੇ। ਸਰ, ਵਿਰੋਧੀ ਧਿਰਾਂ ਦੇ ਦੋਸ਼ ਹੈ ਵੀ ਲੰਬੇ ਸਮੇਂ ਤੋਂ ਅਕਾਲੀ ਭਾਜਪਾ ਕਾਂਗਰਸੀ ਰਾਜ ਕਰਦੀ ਰਹੀ ਹੈ। ਨੰਗਲ ਸਾਡਾ ਲਗਾਤਾਰ ਉੱਜੜਦਾ ਹੀ ਜਾ ਰਿਹਾ। ਜੇ ਆਪਾਂ ਮੇਨ ਮਾਰਕੀਟ ਦੀ ਗੱਲ ਕਰੀਏ, ਤੁਹਾਡੇ ਨਾਲ ਪ੍ਰਧਾਨ ਜੀ ਬੈਠੇ ਆ, ਅੱਜ ਦੀ ਡੇਟ 'ਤੇ 30-40 ਦੁਕਾਨਾਂ ਵੇਚ ਕੇ ਚੱਲ ਗਏ ਵੇ। ਸਾਡਾ ਨਾਲ ਮੈਥ ਪੂਰਾ ਸਕਸੈਸਫੁਲ ਏਰੀਆ ਹੈ, ਨੰਗਲ ਹੀ ਕਿਉਂ ਉੱਜੜਦਾ ਜਾ ਰਿਹਾ? ਦੇਖੋ ਇੱਦਾਂ ਹੈ ਕਿ ਇਹ ਤੁਸੀਂ ਬਹੁਤ ਹੀ ਇੱਕ ਗੰਭੀਰ ਮਸਲਾ ਚੱਕਿਆ ਹੈਗਾ ਕਿ ਜਿਹੜੀ ਵਿਕਾਸ ਦੀ ਰਫ਼ਤਾਰ ਹੈਗੀ ਹੈ ਉਹ ਨੰਗਲ 'ਚ ਹੌਲੀ ਕਿਉਂ ਹੋ ਗਈ? ਕਿਉਂਕਿ ਨੰਗਲ ਜਦੋਂ ਵਸਾਇਆ ਗਿਆ, ਉਹ ਇੱਥੇ ਨੈਸ਼ਨਲ ਫਰਟੀਲਾਈਜ਼ਰ ਲਿਮਿਟਿਡ, ਆਪਣਾ ਭਾਖੜਾ ਨੰਗਲ ਡੈਮ, ਉਸ ਤੋਂ ਇਲਾਵਾ ਵੱਖ-ਵੱਖ ਜਿਹੜੇ ਇੰਡਸਟਰੀਅਲ ਯੂਨਿਟਸ ਨੇ
ਉਹ ਇੱਥੇ ਲਗਾਏ ਗਏ। ਪਰ ਜੇ ਔਰ ਇਸ ਇਲਾਕੇ ਦੇ ਵਿੱਚ ਤਾਂ ਜੇ ਤੁਸੀਂ ਰੋਪੜ ਥਰਮਲ ਦੇਖ ਲਓ ਜਾਂ ਜਦੋਂ ਬਲਾਚੌਰ ਦੇ ਵਿੱਚ ਜਿਹੜੀਆਂ ਕੈਮੀਕਲ ਫੈਕਟਰੀਜ਼ ਲੱਗੀਆਂ ਹੋਈਆਂ ਨੇ, ਫਾਰਮਾਸਿਊਟੀਕਲ ਫੈਕਟਰੀਜ਼, ਇੱਥੇ ਇੱਦਾਂ ਨਹੀਂ ਹੈ ਕਿ ਇੰਡਸਟਰੀਲਾਈਜੇਸ਼ਨ ਨਹੀਂ ਹੋਈ ਹੈ, ਪਰ ਓਵਰ ਅ ਪੀਰੀਅਡ ਆਫ ਟਾਈਮ ਸਿਰਫ ਨੰਗਲ 'ਚ ਹੀ ਨਹੀਂ ਪਰ ਪੂਰੇ ਮੁਲਕ 'ਚ ਕਈ ਇੰਡਸਟਰੀਜ਼ ਕ੍ਰਾਈਸਿਸ ਦੇ ਵਿੱਚ ਗਈਆਂ ਨੇ। ਔਰ ਇਸ ਲਈ ਮੈਂ ਕਹਿੰਦਾ ਕਿ ਜਿਹੜਾ ਭਵਿੱਖ ਹੈਗਾ ਪੰਜਾਬ ਦਾ, ਉਹ ਜਿਹੜੀ ਟ੍ਰੈਡੀਸ਼ਨਲ ਮੈਨੂਫੈਕਚਰਿੰਗ ਇੰਡਸਟਰੀ ਹੈ ਉਹਦੇ 'ਚ ਨਹੀਂ ਹੈ। ਜਿਹੜੇ ਚੌਥੀ ਉਦਯੋਗਿਕ ਕ੍ਰਾਂਤੀ ਹੋ ਰਹੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਜੀਨੋਮਿਕਸ, ਇਹ ਜਿਹੜੇ ਸਨਰਾਈਜ਼ ਸੈਕਟਰਸ ਨੇ ਪੰਜਾਬ ਦੇ ਨੌਜਵਾਨੀ ਦਾ ਭਵਿੱਖ, ਇਹ ਇਸ ਚੀਜ਼ ਨੂੰ ਬੜਾਵਾ ਦੇਣ ਕਰਕੇ ਹੈ। ਜਿਹੜੀ ਟ੍ਰੈਡੀਸ਼ਨਲ ਮੈਨੂਫੈਕਚਰਿੰਗ ਹੈਗੀ ਹੈ, ਟ੍ਰੈਡੀਸ਼ਨਲ ਮੈਨੂਫੈਕਚਰਿੰਗ ਬਾਈ ਐਂਡ ਲਾਰਜ ਪੂਰੇ ਮੁਲਕ ਦੇ ਵਿੱਚ ਉੱਥੇ ਚਲੀ ਗਈ ਹੈ ਜਿੱਥੇ ਕੀ ਕਹਿੰਦੇ ਨੇ ਆਪਣਾ ਸਮੁੰਦਰ ਹੈ ਜਾਂ ਜਿੱਥੇ ਪੋਰਟਸ ਨੇ, ਜਿੱਥੇ ਇਕਨੋਮੀਜ਼ ਆਫ ਸਕੇਲ ਅਪਲਾਈ ਕਰਦੇ ਨੇ। ਇਹ 1991 ਤੋਂ ਬਾਅਦ ਜਦ ਦਾ ਗਲੋਬਲਾਈਜੇਸ਼ਨ ਹੋਈ ਹੈ, ਇੱਕ ਰਿਐਲਿਟੀ ਹੈ। ਸਰ ਸਾਡਾ BBMP ਦੇ ਵਿੱਚ ਹੀ 60% ਕੋਟਾ ਪੰਜਾਬ ਸਰਕਾਰ ਦਾ ਹੈ, ਤਾਂ ਵੀ ਨਹੀਂ ਪੋਸਟਾਂ ਭਰੀਆਂ ਜਾਂਦੀਆਂ। ਕੋਈ ਪੂਰਾ ਨਹੀਂ ਹੋ ਰਿਹਾ। ਦੇਖੋ 1200 ਪੋਸਟ ਖਾਲੀ ਵੀ ਪੰਜਾਬ, ਹਰਿਆਣਾ ਆਪਣੇ ਬੰਦੇ ਇੱਥੇ ਭੇਜ ਰਿਹਾ, ਰਾਜਸਥਾਨ ਦੇ ਬੰਦੇ ਵੀ ਆ ਰਹੇ, ਪੰਜਾਬ ਦੇ ਇੱਕ ਬੰਦਾ ਨਹੀਂ ਆ ਰਿਹਾ, ਸ਼ਹਿਰ ਪੂਰਾ ਸੰਸਾਰ ਦੇਖੋ ਇੱਦਾਂ ਹੈ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੈਂ ਇਹ ਤਾਂ ਨਹਿਰੂ ਜੀ ਦਾ ਡ੍ਰੀਮ ਪ੍ਰੋਜੈਕਟ ਸੀਗਾ ਜੀ, ਕੋਈ ਪ੍ਰਧਾਨ ਮੰਤਰੀ ਮੁੜ ਕੇ ਡੈਮ ਨੂੰ ਦੇਖਣ ਨਹੀਂ ਆਇਆ, ਕਿਸੇ ਕੋਲ ਟਾਈਮ ਇਹ ਨਹੀਂ, ਮਤਲਬ ਆਪਣਾ ਪ੍ਰੋਜੈਕਟ ਆ ਤੁਹਾਡਾ। ਇੱਦਾਂ ਹੈ ਕਿ ਮੈਂ ਜਿਹੜੇ ਸਾਡੇ ਇਰੀਗੇਸ਼ਨ ਸੈਕਟਰੀ ਨੇ ਜਾਂ ਜਿਹੜੇ ਪਹਿਲੇ ਇਰੀਗੇਸ਼ਨ ਦੇ ਵਜ਼ੀਰ ਸੀਗੇ, ਮੈਂ ਪਰਸਨਲੀ 3-4 ਵਾਰ ਇਹ ਗੱਲ ਉਹਨਾਂ ਨੂੰ ਕਹੀ ਹੈਗੀ ਹੈ ਔਰ ਅਸੀਂ ਇਹਨੂੰ ਪਰਸੂ ਕਰਦੇ ਰਵਾਂਗੇ ਕਿ ਜਿਹੜੀ ਪੰਜਾਬ ਦਾ ਕੋਟਾ ਹੈਗਾ ਉਸ ਪੰਜਾਬ ਦੇ ਕੋਟੇ ਨੂੰ BBMP 'ਚ ਭਰਿਆ ਜਾਵੇ। ਉਹ ਇੱਕ ਸਪੀਕਰ ਸਾਹਿਬ ਨੇ ਕਈ ਵਾਰੀ ਗੱਲ ਕੀਤੀ ਜੀ, ਉਹ ਕਹਿੰਦੇ ਜਿਹੜੀ ਫਾਈਲ ਆ ਸਾਡੀ ਅਸੀਂ ਕੈਪਟਨ ਸਾਹਿਬ ਕੋਲ ਭੇਜੀ, ਉਹਦੇ ਟੇਬਲ ਤੇ ਪਈ ਆ। ਦੇਖੋ ਇੱਦਾਂ ਹੈ ਕਿ ਇੱਕ ਰਿਲਕਟੈਂਸ ਹੈ, ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹ ਆਪਣਾ ਡੈਪੂਟੇਸ਼ਨ ਤੇ ਨਹੀਂ ਹੋਣਾ ਚਾਹੁੰਦੇ। ਇਹ ਇੱਕ ਵਾਸਤਵਿਕਤਾ ਹੈ ਔਰ ਇਸ ਲਈ ਆਪਣਾ ਮੈਂ ਸਪੀਕਰ ਸਾਹਿਬ ਨੂੰ ਵੀ ਇਹ ਗੱਲ ਕਹੀ ਸੀਗੀ। ਮੈਂ ਕਿਹਾ ਤੁਸੀਂ ਕੀ ਕਹਿੰਦੇ ਨੇ, ਔਰ ਮੈਂ ਵੀ CM ਸਾਹਿਬ ਨਾਲ ਇਹ ਗੱਲ ਕੀਤੀ ਸੀਗੀ, ਪੁਰਾਣੇ CM ਸਾਹਿਬ ਨਾਲ, ਕੈਪਟਨ ਅਮਰਿੰਦਰ ਸਿੰਘ ਜੀ ਨਾਲ, ਕਿ ਤੁਸੀਂ ਲੋਕਲ ਰਿਕਰੂਟਮੈਂਟ ਦੀ ਪਰਮਿਸ਼ਨ ਦਿਓ। ਹਰਿਆਣਾ ਨੇ BBMP ਵਾਸਤੇ ਕੋਟਾ ਭਰਤੀ ਕੀਤਾ। ਟੂਰਿਜ਼ਮ ਮਿਨਿਸਟਰ ਸੀਗੇ, ਇਹ ਵੀ ਉਹੀ ਤਾਂ ਨਹੀਂ ਜਿਹੜਾ ਜਿਹਦੇ ਕਿਸੇ ਸਰਕਾਰ ਤੋਂ ਪੈਸਾ ਨਹੀਂ ਆਇਆ, ਉਹੀ ਕਿਤੇ ਪਾਰਟ ਸੋ ਹੋ ਸਕਦਾ ਹੈ ਕਿ ਕਿੰਨੇ ਜਿਹੜਾ 90 ਕਰੋੜ ਰੁਪਇਆ ਸੀ ਉਹ ਟੂਰਿਜ਼ਮ ਸਰਕਿਟ ਬਣਾਇਆ ਸੀ ਸ੍ਰੀ ਚਮਕੌਰ ਸਾਹਿਬ, ਔਰ ਉਹਦੇ ਚ ਪਿੰਕਾਸ਼ੀਆ ਵੀ ਅਪਗ੍ਰੇਡ ਕਰਨਾ ਸੀਗਾ, ਤੁਹਾਡਾ ਕਦੰਬਾ ਵੀ ਸੀਗਾ। ਸ਼ਾਇਦ ਹੋ ਸਕਦਾ ਕਿ ਕਿੰਨੇ ਨੇ ਇਹ ਉਸੇ ਕਰਕੇ ਰੁਕਿਆ ਹੋਵੇ। ਪਰ ਕੱਲ CM ਸਾਹਿਬ ਆ ਰਹੇ ਨੇ, ਟੂਰਿਜ਼ਮ ਦਾ ਮਹਿਕਮਾ ਅੱਜ ਵੀ ਉਹਨਾਂ ਕੋਲ ਹੈ, ਉਹਨਾਂ ਤੋਂ ਜ਼ਰੂਰ ਪੁੱਛ ਲੈਣਾ। ਦੌਰਾ ਹੋਊਗਾ ਜਿਹੜਾ ਇੱਥੇ ਨੰਗਲ ਕੋ ਕਾਨਫਰੰਸ ਹੈ ਨਹੀਂ, ਕੋ ਫੰਕਸ਼ਨ ਹੈ ਨਹੀਂ, ਮੈਂ ਕਿਹਾ ਪ੍ਰੈਸ ਨਾਲ ਤਾਂ ਗੱਲ ਕਰਨਗੇ ਹੀ। ਇੰਨੀ ਤੇ ਕਮਿਟਮੈਂਟ ਕਰਕੇ ਜਾਓ ਕਿ ਜਿਹੜਾ ਸਾਡਾ ਹਸਪਤਾਲ ਹੈ, ਠੀਕ ਹੈ, ਕੋਈ ਆਈ ਦਾ ਇਸਤੇਮਾਲ नहीं, कोई अडवानी स्वाय मेडिसिन को इतनी बड़ी बिल्डिंग बनाती है, इतना खर्च करता तो सिंगला मंत्री जाएगी थे आई कोई देखो इतना है देखो ਜੇ ਹਸਪਤਾਲ ਦੀ ਗੱਲ ਹੀ ਕਰੀਏ ਸਰ, ਸਿਵਲ ਹਸਪਤਾਲ 'ਚ ਤਕਰੀਬਨ 14 ਬੰਦੇ ਆ ਜਿਨ੍ਹਾਂ ਨੂੰ 9 ਮਹੀਨੇ ਤੋਂ ਸੈਲਰੀ ਹੀ ਨਹੀਂ ਮਿਲਦੀ। ਹੁਣ ਹਸਪੀਟਲ 'ਚ ਵੀ ਸਰ ਪੰਜਾਬ ਕੋਟੇ ਦੇ ਡਾਕਟਰ ਹੈ ਨਹੀਂ, ਸਟਾਫ ਹੈ ਨਹੀਂ, ਹਸਪੀਟਲ 'ਚ ਵੀ ਹਾਲ ਦੇਖੋ ਇਦਾਂ BBMP ਵੀ ਆਪਣਾ। ਇਸ ਲਈ ਮੈਨੂੰ ਪਤਾ ਹੈ ਕਿ ਪੰਜਾਬ ਦੇ ਹੈਲਥ ਸਿਸਟਮ ਦੇ ਵਿੱਚ ਪ੍ਰੋਬਲਮ ਹੈ। ਇਸ ਲਈ ਜਦੋਂ ਕੋਰੋਨਾ ਦੀ ਦੂਜੀ ਲਹਿਰ ਆਈ ਸੀਗੀ, ਇੱਕ ਕੋਸ਼ਿਸ਼ ਅਸੀਂ ਹੋਰ ਕੀਤੀ ਸੀ ਕਿ ਜਿਹੜਾ NFL ਵਾਲਾ ਹਸਪੀਟਲ, ਉਸ NFL ਵਾਲੇ ਹਸਪੀਟਲ ਨੂੰ ਅਸੀਂ ਦੁਬਾਰਾ ਤੋਂ ਸ਼ੁਰੂ ਕਰੀਏ। ਮੈਂ ਲਾਈ ਸੀ ਤੁਹਾਡੀ NFL ਚੇਅਰਮੈਨ ਨਾਲ ਗੱਲ ਕੀਤੀ ਸੀਗੀ ਔਰ ਮੈਂ ਉਹਨੂੰ ਕਿਹਾ ਸੀਗਾ ਕਿ ਬਈ ਤੁਹਾਡੇ ਕੋਲ ਬਹੁਤ ਵਧੀਆ ਹਸਪਤਾਲ ਪਿਆ ਹੋਇਆ ਹੈਗਾ, ਇਹਨੂੰ ਕਿਸੇ ਤਰ੍ਹਾਂ ਨਾਲ ਤੁਸੀਂ ਅਪਗ੍ਰੇਡ ਕਰੋ। ਔਰ ਇਹ ਜਿਹੜੀਆਂ ਕੁਝ ਚੀਜ਼ਾਂ ਨੇ ਇਹਨਾਂ ਨੂੰ ਫੋਲੋ ਕਰ। ਦੇਖੋ ਇੱਕ ਜਿਹੜੀ ਵੱਡੀ ਸਮੱਸਿਆ ਹੈਗੀ ਹੈ, ਜਦੋਂ ਮੈਂ NDA ਭਾਜਪਾ ਸਰਕਾਰ ਨੂੰ ਸੰਸਦ 'ਚ ਘੇਰਦਾ ਹੈ, ਜਦੋਂ ਨਰਿੰਦਰ ਮੋਦੀ ਨੂੰ ਜਾਂ ਅਮਿਤ ਸ਼ਾਹ ਨੂੰ ਘੇਰੀਦਾ ਹੈਗਾ, ਉਹਦਾ ਖਾਮਿਆਜ਼ਾ ਸਾਡੇ ਲੋਕ ਸਭਾ ਖੇਤਰ ਨੂੰ ਭੁਗਤਣਾ ਪੈਂਦਾ ਹੈ। ਔਰ ਜਿਹੜੇ ਆਪਣਾ ਜਾਇਜ਼ ਕੰਮ ਵੀ ਨੇ ਔਰ ਬਿਲਕੁਲ ਛੋਟੇ ਛੋਟੇ ਕੰਮ ਨੇ, ਉਹਨਾਂ ਨੂੰ ਵੀ ਇਹ ਰੋਕਣ ਦੀ ਕੋਸ਼ਿਸ਼ ਕਰਦੇ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਜਿਵੇਂ ਅਸੀਂ ਇੱਕ ਨਵਾਂ ਪਾਸਪੋਰਟ ਆਫਿਸ ਲੈ ਕੇ ਆਏ ਨਵਾਂ ਸ਼ਹਿਰ ਵਾਸਤੇ। ਉਹ ਪਾਸਪੋਰਟ ਆਫਿਸ ਦੀ ਬਿਲਡਿੰਗ ਆਪਣਾ ਪੋਸਟ ਆਫਿਸ ਤਿਆਰ ਖੜੀ ਹੈਗੀ ਹੈ, ਪਰ ਉਹ ਪਾਸਪੋਰਟ ਆਫਿਸ ਇਸ ਲਈ ਨਹੀਂ ਸ਼ੁਰੂ ਕੀਤਾ ਜਾ ਰਿਹਾ ਕਿ ਕਿਤੇ ਸਾਨੂੰ ਸਿਆਸੀ ਫਾਇਦਾ ਨਾ ਮਿਲ ਜਾਏ। ਸੋ ਅਨਫੋਰਚੂਨੇਟਲੀ ਇਹ ਜਿਹੜੀ ਸਰਕਾਰ ਹੈ NDA ਭਾਜਪਾ ਦੀ,
ਇਹ ਜਿਹੜੇ ਆਪੋਜੀਸ਼ਨ ਦੇ ਐਮਪੀਜ਼ ਨੇ ਉਹਨਾਂ ਨਾਲ ਮਤਰੇਈ ਮਾਂ ਦਾ ਸਲੂਕ ਕਰਦੀ ਹੈਗੀ ਹੈ। ਉਹਦੇ ਬਾਵਜੂਦ ਵੀ ਅਸੀਂ ਇਹਨਾਂ ਨਾਲ ਲੜਦੇ ਹੈਗੇ ਆਪਣੇ ਹਲਕੇ ਵਾਸਤੇ ਔਰ ਲੜੀ ਜਾਵਾਂਗੇ। ਲਾਸਟ ਹੋ ਗਿਆ ਮਾਨ ਜੀ ਨੇ ਸਰ ਸੰਸਦ 'ਚ ਪਹਿਲੀ ਵਾਰੀ ਨੰਗਲ ਦੀ ਤਾਰੀਫ ਕੀਤੀ ਸੀਗੀ ਕਿ ਨੰਗਲ ਦਾ ਇੱਕ ਸਤਲੁਜ ਸਦਨ ਹੈ ਜਿਹੜਾ ਬਹੁਤ ਵਧੀਆ, ਔਰ ਉਹਨਾਂ ਨੇ ਅੱਗੇ ਉਹਨੂੰ ਜੋੜਦੇ ਹੋਏ ਇੱਥੇ ਟੂਰਿਸਟ ਹੱਬ ਦਾ ਐਲਾਨ ਕੀਤਾ। ਤੁਸੀਂ ਸਰ ਕੋਈ ਸੈਂਟਰ 'ਚ ਇਦਾਂ ਦਾ ਮੁੱਦਾ ਏਦਾਂ ਹੈ ਕਿ ਭਗਵੰਤ ਮਾਨ ਜੀ ਕਈ ਗੱਲਾਂ ਕਰਦੇ ਨੇ ਲੋਕ ਸਭਾ ਦੇ ਵਿੱਚ, ਚਲੋ ਕਿ ਕਿੰਨੇ ਉਸ ਗੱਲ 'ਚ ਕਿਉਂ ਪੈਣ ਦੀ ਲੋੜ ਹੈਗੀ, ਬਟ ਯੈਸ ਨੰਗਲ ਦਾ ਟੂਰਿਜ਼ਮ ਪੋਟੈਂਸ਼ੀਅਲ ਹੈ ਔਰ ਨੰਗਲ ਦੇ ਟੂਰਿਜ਼ਮ ਪੋਟੈਂਸ਼ੀਅਲ ਨੂੰ ਡਿਵੈਲਪ ਕਰਨ ਦੀ ਲੋੜ ਹੈ। ਸਰ ਲਾਸਟ ਕੁਐਸਚਨ, ਨੰਗਲ ਨੂੰ ਜਾਮ ਤੋਂ ਨਿਜਾਤ ਕਦੋਂ ਮਿਲੇਗੀ? 8-8 ਘੰਟੇ ਦੇ ਸਰ ਜਾਮ ਲੱਗਦੇ, ਲੋਕ ਕਹਿੰਦੇ ਵੀ ਜਦੋਂ ਕੋਈ ਲੀਡਰ ਆਂਦਾ ਹੈ ਉਦੋਂ ਪ੍ਰਸ਼ਾਸਨ ਲੱਗ ਜਾਂਦਾ ਸੜਕਾਂ ਸਾਫ਼ ਕਰਾ ਕੇ ਲੀਡਰ ਨੂੰ ਟਪਾ ਦਿੰਦਾ, ਬਾਅਦ ਚ ਲੋਕ ਫੇਰ ਫਸ ਜਾਂਦੇ। 8-8 ਘੰਟੇ ਦੇ ਜਾਮ ਲੱਗ ਰਹੇ। ਕਾਂਗਰਸ ਸਰਕਾਰ ਕਹਿੰਦੀ ਸਾਡੀ ਦੇਣ ਹੈ ਫਲਾਈਓਵਰ, ਅਕਾਲੀ ਬੀਜੇਪੀ ਕਹਿੰਦੀ ਸਾਡੀ ਦੇਣਾ ਹੈ। ਪਿਛਲੇ 5 ਸਾਲ ਤੋਂ ਕੰਮ ਚੱਲਿਆ ਵਾ, ਜਿਹੜਾ ਸੰਤਾਪ ਭੋਗਿਆ ਲੋਕਾਂ ਨੇ, ਉਹ ਸਿਰਾ ਕਿਹਦੇ ਸਿਰ ਲਾਇਆ ਜਾਵੇ? ਟ੍ਰੈਫਿਕ ਜਾਮ ਦਾ ਜ਼ਿੰਮੇਵਾਰ ਕੌਣ ਹੈ? ਕਾਰੋਬਾਰੀ ਜ਼ੀਰੋ ਹੋ ਗਈ ਸ਼ਹਿਰ ਦਾ। ਦੇਖੋ ਮੈਨੂੰ ਯਾਦ ਹੈ ਕਿ ਵਾਈਡ ਪਬਲਿਕ ਇੰਟਰਸਟ ਹੈ ਜੀ ਸਰ। ਅਸੀਂ ਜਿਹੜਾ ਖਰੜ ਦਾ ਪੈਂਡਿੰਗ ਫਲਾਈਓਵਰ ਸੀਗਾ ਉਹਨੂੰ ਮੈਂ ਆ ਕੇ ਪੂਰਾ ਕਰਾਇਆ, ਜਿਹੜਾ ਬੰਗੇ ਦਾ ਫਲਾਈਓਵਰ ਸੀਗਾ ਉਹਨੂੰ ਮੈਂ ਪੂਰਾ ਕਰਾਇਆ। ਉੱਥੇ ਵੀ ਕਹਿੰਦੇ ਨੇ ਲੋਕੀ ਸੰਤਾਪ ਭੋਗ ਰਹੇ ਸੀਗੇ, ਕਿਉਂਕਿ ਇਹ ਨੰਗਲ ਦਾ ਫਲਾਈਓਵਰ ਵੀ ਜਾਇਜ਼ ਲੋਕਾਂ ਦੀ ਲੋੜ ਹੈਗੀ ਹੈ। ਵੀ ਵਿਲ ਗੈਟ ਇਟ ਕੰਪਲੀਟ। ਸਰ ਕਦੋਂ ਤੱਕ ਹੋਏਗਾ? ਕਰਦੇ ਹੈ ਕਿ ਕਿਨੇ ਨੇ ਉਹਨਾਂ ਨਾਲ ਗੱਲ ਕਰਕੇ ਆਪਣਾ ਤੁਹਾਨੂੰ ਇੱਕ ਫਰਮ ਡੇਟ ਦੇਵਾਂਗੇ, ਕਿਉਂਕਿ ਮੇਰੀ ਆਦਤ ਨਹੀਂ ਹੈਗੀ ਕਿ ਮੈਂ ਕਮਿਟਮੈਂਟ ਕਰਦਾ, ਇੱਕ ਵਾਰੀ ਗੱਲ ਕਰਕੇ ਉਹਨਾਂ ਨਾਲ ਆਪਣਾ ਤੁਹਾਨੂੰ ਆ ਕੇ ਇੱਕ ਫਰਮ डेट देवा। सिटी हलचल के लिए नंगल से करण चोपड़ा की रिपोर्ट।